थोड़ा डिफर कर रहे हैं इस एंगल पे देयर इज अ यू नो टू एक्सट्रीम्स वन इज द गुड ओल्ड सेइंग कि देयर इज नॉट टू बी रीजन व्हाई देयर इज व्हाट टू डू एंड डाई वो भी हैगा दूसरा हैगा यस मेरी कमांड ਜਦੋਂ ਇਹਨਾਂ ਨੇ ਦੇਖਿਆ 72 ਘੰਟੇ ਉਹ ਐਲਟੀट्यूड ਤੋਂ 18000 ਤੋਂ 9000 ਤੱਕ ਆਏ ਸੀ 72 ਘੰਟਿਆਂ ਬਾਅਦ ਰਸ਼ੀਅਨ ਆਪਣਾ ਪੂਰਾ ਕਰੂ ਚੇਂਜ ਕਰ ਦਿੰਦੇ ਆ ਟੈਂਕਸ ਦਾ ਤਾਂ ਕਿ ਉਹ ਰੈਸਟ ਲੈ ਲੈਣ ਨਵਾਂ ਕਰੂ ਉੱਥੇ ਲੜਾਈ ਲੜੇ ਜੇ ਇਹਨੂੰ ਕਿਹਾ ਗਿਆ ਯੈਸ ਇਟ ਵਾਸ ਅ ਰੋਂਗ ਆਰਡਰ ਇਹਨੇ ਡਿਸਬੇ ਕੀਤਾ ਯੈਸ ਆਈ ਸਾਈਡ ਵਿਦ ਦੈਮ ਨਹੀਂ ਬਟ ਇੱਕ ਚੀਜ਼ ਤੁਹਾਨੂੰ ਹੋਰ ਦੇਖਣੀ ਚਾਹੀਦੀ ਹੈ ਦੇ ਵਰ ਆਲਮੋਸਟ ਅਬਾਊਟ 1000 ਆਫਸਰਸ ਹੂ ਟੁਕ ਪਾਰਟ ਇਨ ਇਸ ਵਾਰ 'ਚ ਕੋਈ 2-3% ਤੋਂ ਜ਼ਿਆਦਾ ਆਫਸਰਸ ਦੀ ਡਿਸਗ੍ਰੈਂਟਲਮੈਂਟ ਨਹੀਂ ਹੈਗੀ ਉਹ ਵੀ ਠੀਕ ਕਰ ਰਿਹਾ ਇਹ ਚੀਜ਼ ਪੋਜ਼ਿਟਿਵ ਵੀ ਜੇ ਕਿਤੇ ਗਲਤ ਵੀ ਹੋਇਆ ਉਹ ਚੀਜ਼ ਨੂੰ ਠੀਕ ਵੀ ਕੀਤਾ ਜਾ ਰਿਹਾ ਇਵਨ ਬ੍ਰਿਗੇਡੀਅਰ ਦਵਿੰਦਰ ਨੇ ਇਵਨ ਬ੍ਰਿਗੇਡੀਅਰ ਦਵਿੰਦਰ ਜਿਹੜਾ ਫਾਰਵਰਡ ਮੋਸਟ ਕਮਾਂਡਰ ਸੀ ਉਹਨੇ ਵੀ ਕਿਹਾ ਕਿ ਮੈਨੂੰ ਟਰੂਪਸ ਦਿਓ ਮੈਨੂੰ ਐਮੂਨੀਸ਼ਨ ਦਿਓ ਮੈਨੂੰ ਬੋਫਰਸ ਦਿਓ ਵਾਈ ਸ਼ੁੱਡ ਆਈ ਗੈਟ ਮਾਈ ਟਰੂਪਸ ਕਿਲਡ ਅਨਨੈਸੈਸਰਲੀ ਮੈਂ ਕਾਹਦੀ ਪ੍ਰੋਗਰੈਸ ਦਿਖਾਵਾਂ ਤੁਹਾਨੂੰ what progress give me the troops ਮੇਰੀਆਂ 2 ਬਟਾਲੀਅਨ ਤੁਸੀਂ ਡਰਾ ਕਰਕੇ ਲੈ ਗਏ ਬਜਾਏ ਦੇਣ ਦੇ ਮੈਨੂੰ ਐਡਹੌਕ ਟਰੂਪਸ ਭੇਜ ਦਿੱਤੇ ਜਿਹੜੇ ਜਿਨ੍ਹਾਂ ਕੋਲ ਜੁੱਤੇ ਵੀ ਹੈ ਨਹੀਂ ਸਨੋ ਬੂਟਸ ਹੈ ਨਹੀਂ ਉੱਪਰ ਚੜ੍ਹਨ ਵਾਸਤੇ ਉਹ ਤੁਸੀਂ ਮੈਨੂੰ ਉਹ ਭੇਜ ਦਿੱਤੇ ਤੇ ਮੈਨੂੰ ਕਹਿੰਦੇ ਰਿਪੋਰਟ ਦਿਓ ਵਿਕਰਮ ਜੀ ਬਹਾਦਰੀ ਤੇ ਬੇਵਕੂਫੀ 'ਚ ਇੱਕ ਫਰਕ ਹੁੰਦਾ ਹੈ ਬਹਾਦਰੀ ਜਵਾਨਾਂ ਦੀ ਤੇ ਅਫਸਰਾਂ ਦੀ ਸੀਗੀ ਲੇਕਿਨ ਬੇਵਕੂਫੀ ਜਨਰਲਾਂ ਦੀ ਕੀ ਇਹ ਸਮ ਅਪ ਕਰਦਾ ਸੈਂਟੈਂਸਸ ਪੂਰੇ ਕਰਕੇ ਰਿਤੇਸ਼ ਜੀ ਆਈ ਥਿੰਕ ਦਿਸ ਵੈਰੀ ਇੰਟਰਸਟਿੰਗ ਡਿਬੇਟ ਅਬਾਊਟ ਪੋਲੀਟੀਕਲ ਪ੍ਰੈਸ਼ਰ ਕਮਿੰਗ ਔਨ ਟੂ ਆਫਸਰਸ ਜੀ ਦਿਸ ਇਜ਼ ਇਹ ਅਗਰ ਤੁਸੀਂ ਦੇਖੋਗੇ ਸਾਡੀ ਆਪਣੀ ਸਿਵਲ ਸੁਸਾਇਟੀ ਵਿੱਚ ਵੀ ਅਗਰ ਅਫਸਰ ਕੋਈ ਗਲਤ ਹੈ ਬਿਊਰੋਕਰੈਟ ਹੋਏ ਪੁਲਿਸ ਅਫਸਰ ਹੋਏ ਉਹ ਆਪ ਕਰਪਟ ਹੈਗਾ ਆਪ ਚੋਰ ਹੈਗਾ ਉਹ ਕਹੇਗਾ ਜੀ ਮੈਂ ਤਾਂ ਨਹੀਂ ਕੀਤਾ ਪੋਲੀਟੀਸ਼ੀਅਨ ਮੈਨੂੰ ਫੋਰਸ ਕੀਤਾ ਜੀ ਨਾ ਆਈ ਵਾਜ਼ ਇਨ ਕਸ਼ਮੀਰ श्रीनगर ਮੈਂ ਮੇਰਾ ਪੋਸਟਿੰਗ ਸੀ ਮੈਂ ਕ੍ਰਿਸ਼ਨਪਾਲ ਆਈ ਨਿਊ ਦ ਚੀਫ ਆਫ ਸਟਾਫ ਬ੍ਰਿਗੇਡ ਕਮਾਂਡਰ ਐਵਰੀਬਡੀ ਕ੍ਰਿਸ਼ਨਪਾਲ ਨੂੰ ਵੀ ਇੰਟਰਸਟ ਸੀਗਾ ਕਿ ਫਟਾਫਟ ਇਵਿਕਸ਼ਨਸ ਮੈਂ ਕਲੀਅਰ ਕਰਵਾਵਾਂ ਬਿਕੋਜ਼ ਹੀ ਵਾਜ਼ ਦ ਵਾਚਮੈਨ ਉਹ ਚੌਕੀਦਾਰ ਸੀ ਉਸ ਏਰੀਆ ਦਾ ਐਂਡ ਹੀ ਹੈਡ ਬੀਨ ਕੌਟ ਵਿਦ ਪੀਪਲ ਸਿਟਿੰਗ ਇਨ ਦ ਹਾਊਸ ਸੋ ਇਟ ਵਾਜ਼ ਨਾਟ ਕਿ ਸਿਰਫ ਪੋਲੀਟੀਕਲ ਪ੍ਰੈਸ਼ਰ ਸੀਗਾ ਕ੍ਰਿਸ਼ਨਪਾਲ ਨੂੰ ਵੀ ਵੈਸਟਡ ਇੰਟਰਸਟ ਸੀ ਕਿ ਮੈਂ ਫਟਾਫਟ ਇਹਨੂੰ ਕਲੀਅਰ ਕਰਾਂ ਸੋ ਟੂ ਸੇ ਕਿ ਪੋਲੀਟੀਕਲ ਪ੍ਰੈਸ਼ਰ ਹੀ ਸੀਗਾ ਔਨ ਦੀ ਆਰਮੀ ਆਫਸਰਸ ਆਈ ਸਲਾਈਟਲੀ ਡਿਸਐਗਰੀ ਬ੍ਰਿਗੇਡ ਨਵਾਬ ਨਹੀਂ ਬਟ ਪ੍ਰੋਬੇਬਿਲਿਟੀ ਹੈ ਕਿ ਪ੍ਰੈਸ਼ਰ ਸੀਗਾ ਨਾਟ ਦੈਟ ਕਿ ਪ੍ਰੈਸ਼ਰ ਨਹੀਂ ਸੀ ਬਟ ਵੱਡਾ ਸਵਾਲ ਇਹ ਸੀ ਵੀ ਉਸ ਪ੍ਰੈਸ਼ਰ ਦੇ ਅੱਗੇ ਬਕਲ ਕਰਨਾ ਸੀ ਕਿੰਨਾ ਕੁ ਬਕਲ ਕਰਨਾ ਸੀ ਕਿੰਨਾ ਕੁ ਲੀਵਰੇਜ ਤੁਸੀਂ ਪੋਲੀਟੀਸ਼ੀਅਨ ਨੂੰ ਐਸੇ ਹਾਲਾਤ ਦੇ ਸਕਦੇ ਹੋ ਜਾਰਜ ਫਰਨਾਂਡਿਸ ਵਾਸ ਗਿਵਨ ਅ ਬਰੀਫਿੰਗ ਇਨ ਦੀ operations room of 15 corps headquarters and there was a controversy as to how a politician has been allowed into the operations room और सानू तो बड़ी शर्म आती है कि साडे इन्ने जवान मर के आए इन्होंने उहदे च भी पैसे कमाए इन्होंने 2.5 लाख का कफन लिया खरीद के ਜਿਹੜਾ ਕਾਜੀ ਕੁੰਡ ਹੈ ਨਾ ਬਨਿਆਲ ਤੋਂ ਥੱਲੇ ਉੱਥੇ 2000 ਦਾ ਬਣ ਜਾਂਦਾ ਜੇ ਮੈਂ ਬਣਵਾ ਦਿੰਦਾ ਜਿੰਨੇ ਮਰਜ਼ੀ ਬਣਵਾ ਲਓ ਇਹ 2.5 ਲੱਖ ਦੇ ਕਿੱਥੋਂ ਆਏ No, but that has not been proved in any inquiry. Inquiry में कुछ prove हुआ? Let us not be unfair. No. नहीं 2.5 लाख आए कि नहीं आए? Prove or no prove? आए 2.5 क्यों आए? मैं इथों 5000 ਦੇ ਬਣਵਾ ਦੇਣਾ ਜਿੰਨੇ ਸ਼੍ਰੀਨਗਰ ਬਣਵਾ they were special one ਦੂਜੇ coffins of the bodies ਲੈ ਕੇ ਆ ਰਹੀ ਸੀ they were not able to take the bodies because bodies were coming in after many days so those coffins were unable to handle those bodies ਜਿਹੜੇ ਆ ਇੱਥੇ ਆ 2000 ਭੋਪਾਲ ਚ ਮਰਿਆ ਤੇ ਉਹਨਾਂ ਵਾਸਤੇ ਕਫਨ ਬਾਹਰੋਂ ਆਏ ਜਾਂ ਇੱਥੇ ਜਿਹੜੇ ਮਰੇ ਆ ਦਾਂਤਾ ਵਾਲੇ ਉਹਨਾਂ ਦੇ ਕਫਨ ਬਾਹਰੋਂ ਆਏ ਕਿਹੜੇ ਬੋਡੀਜ਼ ਦੀ ਗੱਲ ਕਰ ਰਹੇ ਹੋ ਜਿੰਨੇ ਮਰਜ਼ੀ ਉੱਥੇ ਲੱਕੜੀ ਤੇ ਬਣਵਾ ਲਓ ਇੱਥੇ ਮੈਂ ਮਨੀਸ਼ ਭਟਨਾਗਰ ਸਾਹਿਬ ਤੋਂ ਕੋਈ ਥੋੜਾ ਲੈਣਾ ਚਾਹਾਂਗਾ ਭਟਨਾਗਰ ਸਾਹਿਬ ਮੈਂ ਸਵਾਲ ਪੁੱਛਿਆ ਸੀ ਬਹਾਦਰੀ ਤੇ ਬੇਵਕੂਫੀ ਦੇ ਵਿੱਚ ਫਰਕ ਹੁੰਦਾ ਹੈ ਤੁਸੀਂ ਬਹਾਦਰੀ ਨੂੰ ਬੇਵਕੂਫੀ ਕਦੋਂ ਬਣਾ ਦਿੰਦੇ ਉਹਦੇ ਵਿੱਚ ਬਹੁਤ ਥਿਨ ਲਾਈਨ ਹੁੰਦੀ ਹੈ ਸਾਡੇ ਜਵਾਨ ਲੜੇ ਸਾਡੇ ਅਫਸਰ ਲੜੇ ਤੇ ਸਾਡੇ ਜਨਰਲਸ ਅਪੈਰੈਂਟਲੀ ਕੋਈ ਸ਼ਾਇਦ ਉਹਨਾਂ ਤੇ ਪ੍ਰੈਸ਼ਰ ਸੀ ਜਾਂ ਨਹੀਂ ਸੀ ਜਾਂ ਉਹਨਾਂ ਦੀ ਆਪਣੀ ਟੈਕਟੀਕਲ ਅਸੈਸਮੈਂਟ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਤੁਸੀਂ ਅੱਜ ਇਸ ਲੜਾਈ ਨੂੰ ਲੜ ਰਹੇ ਹੋ ਕਿੰਨੇ ਟੁੱਟੇ ਇਸ 11 ਸਾਲ ਦੇ ਵਿੱਚ ਮੈਨੂੰ ਬੁਰਾ ਪਰਸਨਲੀ ਜੇ ਤੁਸੀਂ ਵੇਖੋਗੇ ਮੈਨੂੰ ਰੀਅਲ ਸਪੋਰਟ ਹੈਗੀ ਮੇਰੇ ਟਰੂਪਸ ਦੀ ਫੀਲਿੰਗ ਜਿਹੜੀ ਮੇਰੇ ਬਾਰੇ ਰਹੀ ਤੇ ਜਦੋਂ ਗਵਾਹੀ हुई है एक बहुत ख़ास बात निकल के आएगी ਜਦੋਂ मेरा ट्रायल शुरू हुआ ये लगभग 1.5 साल बाद कारगिल जो एपिसोड था उसके बाद में शुरू हुआ था तो उसमें एक एक करके गवाहों ने सारों ने जो बातें मैं कहता रहा सारों को सपोर्ट किया जिसमें 0.5770 की बात आई कि ये रिपोर्ट हुई उसके बाद में ब्रिगेडियर देवेंद्र सिंह का बयान आया कि मैंने आदेश नहीं दिया था ट्रुप्स था तो इसको फाइनली लेकिन जो कोर्ट मार्शल बैठा था वो शायद इस प्रायर माइंडसेट के साथ में था कि हमने इसमें डिस्क्रेडिट करना है इस अफसर को इस ट्रायल के ज़रिए और कुछ ना कुछ गलती ज़रूर निकालनी लेकिन अगर आप देखें जो सपोर्ट मिली मुझे जवानों के जो उन्होंने गवाही दी मेरे हक़ में जो बाकी अफसरान वहाँ मौजूद थे उन्होंने मेरे हक़ में गवाही दी सिर्फ एक जनरल बदवार को छोड़ के जिन्होंने एक बीच का स्टेटमेंट दिया था ड्यूरिंग द ट्रायल सभी लोगों ने मेरे को सपोर्ट किया और ओवरऑल पब्लिक से और मीडिया से मुझे बहुत सपोर्ट मिला है इसमें
तो मैं इसमें ये सोचता हूँ कि इस तरह के पर्सनल अगर मैं लूँ कि हाँ पर्सनली बुरा ज़रूर लगता है कि, लेकिन उससे ज़्यादा लार्जर इंटरेस्ट देखें तो एक सच निकलने का जरिया शायद मेरे जैसे केस नहीं होते तो 11 साल भी बाद भी आप देखें तो ब्रिगेडियर देविंदर सिंह का केस है जिसकी वजह से आज हम यहाँ बैठे हैं, जिसके ऊपर एक फैसला आया है। शायद हमारे जैसे केसेस ना होते तो कारगिल की जो सच्ची हिस्ट्री है वो अब तक दबी होती। बिल्कुल। तो मैं बुरा भी फील करता हूँ कई बार और अच्छा भी फील करता हूँ कि इसके जरिए लोगों के सामने सच आ रहा है और हम आगे के लेसन्स देखेंगे और लोगों को ये पता लगता है। देखिए इसका असर तो होता है। अब कोई कल को आप इमेजिन करें कोई कमांडर या कोई जनरल सोचता है कि मैं सिर्फ पॉलिटिकल प्रेशर या मेरे पर्सनल इंटरेस्ट के चलते अगर मैं जवानों के लिए उनकी डिस्पेंसेबल कमोडिटी समझ के मैं उनको कैजुअलिटीज़ होती रहेंगी और मेरे तमगे बढ़ते रहेंगे, तो वो एक बार उसके ऊपर चेक लगेगा कि नहीं कोई है जो मेरे ऊपर उंगली भी उठा सकता है। और जब कारगिल में जब सब कुछ इतना स्टेज मैनेज था उसके बावजूद जब उंगलियां उठ गई तो शायद मैं ऐसा ना करूं, उसके मन में एक डर रहता है। दूसरा ये है कि एक जूनियर कमांडर के आगे एक गलत मिसाल पेश नहीं होती कि लुक एट सो एंड सोस केस, उसने जो उस वक्त सही बात लगी और जो सही बात थी वो कही तो उसको उसके साथ ऐसा हुआ। ऐसा कुछ मैं नहीं मानता कि ऐसा कुछ, ये लड़ाई जो है सच की ये ज़्यादा ज़रूरी है और सभी अपनी अपनी तरह से इसकी कीमत चुकानी पड़ती है और उससे कोई बचा नहीं जा सकता और आई एम विलिंग टू फेस इट इन एनी वे। ब्रेव वर्ड्स, बहुत ब्रेव वर्ड्स हैगे ने फ्रॉम एन ऑफिसर जो कि 11 साल तो एक ट्रायल भुगत रहे हैगे ने, वो ट्रायल जो कि इन्हां दे उत्ते थोपिया गया रादर उस काम ਲਈ जो कि शायद इन्हां दी जिम्मेवारी सीगी। बहुत बहुत धन्यवाद साडे सारे पैनलिस्ट दा। हालांकि ਇਹਦੇ ਉੱਤੇ सवाल ਤੇ डिबेट जारी रहेगा, लेकिन ਵੱਡਾ सवाल है भी मीडिया ਦੇ ਵਿੱਚ ਵੀ एक चर्चा हो नहीं पा रही है एग्जैक्टली ट्रूथ की है, सच्चाई की है, ਉਹਦੇ ਨੇੜੇ ਤੇੜੇ ਪਹੁੰਚਣ ਦੀ ਕੋਸ਼ਿਸ਼ਾਂ ਨਹੀਂ ਹੋ ਰਹੀਆਂ। ਅਸੀਂ ਇਸ ਚੈਪਟਰ ਨੂੰ ਇੱਕ ਕਲੋਜ਼ ਚੈਪਟਰ ਸਮਝ ਕੇ ਭੁੱਲ ਜਾਣ ਦੇ ਵੀ ਜ਼ਿਆਦਾ ਇੰਟਰਸਟ ਰੱਖਦੇ ਹਾਂ। ਸਾਡੀ ਐਸਟੈਬਲਿਸ਼ਮੈਂਟ ਸੇ ਸਾਡੀ ਪੋਲੀਟੀਕਲ ਐਸਟੈਬਲਿਸ਼ਮੈਂਟ ਨੂੰ ਤਾਂ ਬਿਲਕੁਲ ਸੂਟ ਨਹੀਂ ਕਰੇਗਾ ਜੇ ਇਹ ਪੂਰਾ ਮਸਲਾ ਇਹਦੀ ਮੈਰਿਜ ਦੇ ਉੱਤੇ ਪਰਖਿਆ ਜਾਏਗਾ, ਉਹਦੇ ਉੱਤੇ ਡਿਬੇਟ ਹੋਏਗੀ। ਲੇਕਿਨ ਕਿਤੇ ਨਾ ਕਿਤੇ ਸਾਡੀ ਟੌਪ ਮਿਲਟਰੀ ਲੀਡਰਸ਼ਿਪ ਨੂੰ ਵੀ ਸ਼ਾਇਦ ਨਾਮੋਸ਼ੀ ਹੋਏਗੀ, ਐਮਬੈਰਸਮੈਂਟ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਇਸ ਕਿਸਮ ਦੀਆਂ ਚਰਚਾਵਾਂ ਹੋਰ ਪਬਲਿਕ ਮੰਚ ਤੇ ਹੁੰਦੀਆਂ। ਲੇਕਿਨ ਬਹੁਤ ਜ਼ਰੂਰੀ ਹੈਗੀਆਂ ਨੇ ਇਹ ਸਾਰੀ ਗੱਲਬਾਤ ਲੋਕਾਂ ਦੇ ਸਾਹਮਣੇ ਆਏ, ਇੱਕ ਪਰਸਪੈਕਟਿਵ ਬਿਲਡ ਹੋ ਸਕੇ। ਬਾਰ-ਬਾਰ ਜਿਹੜੀਆਂ ਕਮੇਟੀਆਂ ਵੀ ਬਣੀਆਂ ਨੇ ਉਹਨਾਂ ਨੇ ਵੀ ਫਿਊਚਰ ਦੇ ਵਿੱਚ ਕੀ ਸਬਕ ਸਿੱਖੇ ਜਾ ਸਕਦੇ ਨੇ ਇਹ ਚੀਜ਼ ਨੂੰ ਹੀ ਆਪਣਾ ਨੁਕਤਾ ਬਣਾਇਆ ਹੈਗਾ। ਲੇਕਿਨ ਜੇ ਵਾਕਈ ਸਬਕ ਸਿੱਖਣੇ ਹੈਗੇ ਨੇ ਤੇ ਪਹਿਲਾਂ ਸੱਚਾਈ ਨੂੰ ਆਪਣੇ ਸਾਹਮਣੇ ਲਿਆਉਣਾ ਪਏਗਾ, ਉਸ ਨੂੰ ਆਇਡੈਂਟੀਫਾਈ ਕਰਨਾ ਪਏਗਾ ਪ੍ਰੋਬਲਮ ਨੂੰ ਤੇ ਜ਼ਿੰਮੇਵਾਰੀ ਤੈਅ ਕਰਨੀ ਪਏਗੀ ਜੋ ਕਿ ਅਜੇ ਤੱਕ ਨਹੀਂ ਹੋ ਪਾਈ ਹੈ। ਲੇਕਿਨ ਫਿਰ ਵੀ ਸਾਡੀ ਇਸ ਪੂਰੀ ਗੱਲਬਾਤ ਦਾ ਮਕਸਦ ਕਿਸੇ ਵੀ ਤਰੀਕੇ ਨਾਲ ਭਾਰਤੀ ਸੈਨਾ ਦੀ ਕਿਸੇ ਕਮੀ ਨੂੰ ਸਾਹਮਣੇ ਲਿਆਉਣਾ ਨਹੀਂ ਸੀਗਾ। ਪੂਰੀ ਸਾਡੀ ਵਿਵਸਥਾ ਸਾਡੀ ਪ੍ਰਣਾਲੀ ਦੇ ਵਿੱਚ ਜੋ ਕਮੀਆਂ ਹੈਗੀਆਂ ਨੇ ਉਹਨਾਂ ਦੀ ਇੱਕ ਰਿਫਲੈਕਸ਼ਨ ਆਰਮੀ ਦੇ ਉਸ ਬਹਾਦਰ ਆਪਰੇਸ਼ਨ ਦੇ ਵਿੱਚ ਵੀ ਸਾਹਮਣੇ ਆਈ ਹੈਗੀ ਹੈ। ਉਹੀ ਮਕਸਦ ਸੀਗਾ ਇਸ ਪੂਰੀ ਗੱਲਬਾਤ ਕਰਨ ਦਾ ਤੇ ਅੱਜ ਵੀ ਸਾਡਾ ਸੈਲੂਟ ਹੈਗਾ, ਸਾਡੀ ਸਲਾਮੀ ਹੈਗੀ ਉਹ ਸਾਰੇ ਜਵਾਨਾਂ ਨੂੰ, ਉਹ ਸਾਰੇ ਅਫਸਰਾਂ ਨੂੰ, ਅਧਿਕਾਰੀਆਂ ਨੂੰ ਜਿਨ੍ਹਾਂ ਨੇ ਕਿ ਇਸ ਜੰਗ ਦੇ ਵਿੱਚ ਦੇਸ਼ ਦੀ ਪੈਰਵੀ ਕੀਤੀ, ਦੇਸ਼ ਦੇ ਪਿੱਛੇ ਲੜੇ ਤੇ ਦੇਸ਼ ਦੇ ਕਾਰਨ ਆਪਣੀਆਂ ਜਾਨਾਂ ਦਿੱਤੀਆਂ। ਉਹ ਸਾਰੇ ਪਰਿਵਾਰ ਜੋ ਕਿ ਅੱਜ ਵਾਂਝੇ ਹੋ ਸਕਦੇ ਨੇ, ਹੋ ਚੁੱਕੇ ਨੇ, ਉਹ 500 ਜਵਾਨਾਂ ਤੇ ਉਹ 500 ਅਧਿਕਾਰੀਆਂ ਤੋਂ ਸਾਡੀ ਸਲਾਮੀ ਉਹਨਾਂ ਨੂੰ ਹੈ ਤੇ ਉਹਨਾਂ ਦੀ ਬਹਾਦਰੀ ਤੇ ਭਾਰਤੀ ਸੈਨਾ ਦੇ ਵਿੱਚ ਜਿਹੜਾ ਵੀ ਭਰੋਸਾ ਸਾਡੇ देश का साड़ी जनता का हैगा वो इसी तरीके बरकरार रहे, यही साड़ी उम्मीद है तो यही साड़ी आस है। बहुत बहुत धन्यवाद साढ़े सारे पैनलिस्ट का जो कि चर्चा चाहे feedback@ptcnetwork.tv साड़ा ईमेल आईडी है, कोई सजेशन हो साढ़े सानू मेल जरूर करो। लेना इजाजत, देखते रहो PTC न्यूज़। धन्यवाद।